मई का दिन है। 31 मई सन 1981 ਨੂੰ गुरु की नगरी ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਮਾਰਚ ਕੱਢਿਆ ਜਾਂਦਾ ਏ। ਉਹ ਮਾਰਚ ਕੱਢਣ ਦਾ ਕਾਰਨ ਇਹ ਸੀ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਇਆ ਜਾ ਸਕੇ। सन 1915 ਦੇ ਅੰਦਰ ਜਿਸ ਵੇਲੇ ਹਿੰਦੁਸਤਾਨ ਅੰਗਰੇਜ਼ਾਂ ਦੇ ਅਧੀਨ ਸੀ, ਉਸ ਵੇਲੇ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਦੇ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਗੁਰੂ ਕੀ ਨਗਰੀ ਹੋਣ ਦਾ ਅਤੇ ਪਵਿੱਤਰ ਸ਼ਹਿਰ ਹੋਣ ਦਾ ਐਲਾਨ ਕੀਤਾ ਗਿਆ ਕਿ ਅੰਮ੍ਰਿਤਸਰ ਜਿਹੜਾ ਹੈ ਇਹ ਗੁਰੂ ਕੀ ਨਗਰੀ ਹੈ, क्योंकि गुरु साहब ने आप वसाई है। इसका पहला नाम गुरु का चक रखा गया। गुरु रामदास पातशाह जी ने यह नगर आप वसाया। बाद विच गुरु अर्जन साहब महाराज जी ने सरोवर का काम जोड़ा मुकम्मल करवा के दरबार साहब इत्थे तैयार करवाया अते बाद विच मीरी पीरी दे मालक छेवें पातशाह जी उन्होंने श्री अकाल तख्त साहब का निर्माण करवाया। ये नगरी नूं गुरु की नगरी कहा जान लगा। इस पवित्र शहर दे अंदर सन 1915 दे अंदर यह ऐलान किया गया कि इत्थे बीड़ी सिगरट तंबाकू शराब आदि दी इस शहर विच विक्री नहीं होवेगी, ना कोई सेवन करेगा, क्योंकि ये शहर गुरु की नगरी बड़ा पवित्र है। पर समा लंघिया 1947 ਨੂੰ ਜਦੋਂ देश ਦੀ ਵੰਡ ਹੋਈ ਤੇ ਵੰਡ ਤੋਂ ਬਾਅਦ ਇਸ ਸ਼ਹਿਰ ਨੂੰ ਜੋ ਪਵਿੱਤਰ ਸ਼ਹਿਰ ਦਾ ਦਰਜਾ ਮਿਲਿਆ ਹੋਇਆ ਸੀ, ਉਹ ਦਰਜਾਬੰਦੀ ਫਿਰ ਖਤਮ ਕੀਤੀ ਗਈ। ਇਸ ਸ਼ਹਿਰ ਦੇ ਅੰਦਰ फिर बहुत धड़ल्ले दे नाल नशियां दियां दुकानां खुल गईयां। पर सिखां ने समय समय ते यह मंग करनी कि इस शहर नूं पवित्र शहर दा दर्जा दिता जाए। जिस तरह हिंदू वीरां दे कुरुक्षेत्र, हरद्वार, केदारनाथ, बद्रीनाथ आदिक जिहड़े ने वो शहर उन्हां नूं पवित्र शहर दा दर्जा दिता गया है। उत्थे बीड़ी सिगरट तंबाकू आदि की जिहड़ी विक्री है नहीं की जाती, कोई दुकान नहीं है उत्थे। ये मंग सिखां वालों भी की गई। तो जिहड़ा मई का महीना है सन 1981 के अंदर मई के महीने सरदार गुरदयाल सिंह जी अजनोहा उन्हां दे घरे मीटिंग हुई। इस मीटिंग दे विच सिख स्टूडेंट फेडरेशन के प्रधान अते होर धार्मिक जथेबंदियां दे आगू शामिल होए। ये मता पाया गया कि इस शहर नूं पवित्र शहर का दर्जा दिवाउण दे लई सानूं यतन करना चाहिए है। ते नाल ये भी कहा गया कि इस मंग नूं कोई फिरकू रंगत नहीं देनी चाहिए, सगों एक धार्मिक मंग है। इहदे नाल ਅਸੀਂ ਜਿਹੜੇ ਹਿੰਦੂ ਭਾਈਚਾਰੇ ਦੇ ਆਗੂ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ। ਸੋ ਦੁਰਗਿਆਣਾ ਮੰਦਿਰ ਅਤੇ ਹੋਰ ਜਿਹੜੇ ਧਾਰਮਿਕ ਅਦਾਰੇ ਸਨ ਉਹਨਾਂ ਦੇ ਆਗੂਆਂ ਦੇ ਨਾਲ ਵੀ ਸਲਾਹ ਮਸ਼ਵਰਾ ਕੀਤਾ ਗਿਆ ਤੇ ਇਹ ਫੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੇ ਲਈ 31 ਜੁਲਾਈ ਨੂੰ ਇੱਕ ਜਲੂਸ ਕੱਢਿਆ ਜਾਏਗਾ, ਇੱਕ ਰੋਡ ਮਾਰਚ ਕੀਤਾ ਜਾਏਗਾ ਤੇ ਇਹ ਮੰਗ ਜਿਹੜੀ ਸਰਕਾਰ ਦੇ ਕੋਲ ਰੱਖੀ ਜਾਏਗੀ। ਕਹਿੰਦੀਆਂ ਸਾਰੇ ਜਥੇਬੰਦੀਆਂ ਨੇ ਇਹਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਪ੍ਰੋਗਰਾਮ ਜਿਹੜਾ ਤਿਆਰ ਕਰ ਲਿਆ। ਪਰ ਸਾਧ ਸੰਗਤ ਉਸ ਵੇਲੇ ਆਰੀਆ ਸਮਾਜੀ ਕੁਝ ਹੋਰ ਫਿਰਕੂ ਹਿੰਦੂ ਜਥੇਬੰਦੀਆਂ ਉਹਨਾਂ ਨੇ ਆਖਿਆ ਜੀ ਸਾਨੂੰ ਇਹ ਮੰਗ ਜਿਹੜੀ ਠੀਕ ਨਹੀਂ ਲੱਗਦੀ,
ਤੇ ਉਹਨਾਂ ਨੇ 31 ਮਈ ਨੂੰ ਹੋਣ ਵਾਲੇ ਇਸ ਜਲੂਸ ਦੇ ਵਿਰੋਧ ਵਿੱਚ 29 ਮਈ ਨੂੰ ਇੱਕ ਜਲੂਸ ਕੱਢਿਆ। ਉਸ ਜਲੂਸ ਦੇ ਅੰਦਰ ਉਹਨਾਂ ਨੇ ਐਲਾਨ ਕੀਤਾ ਕਿ ਜਿੰਨੀਆਂ ਵੀ ਦੁਕਾਨਾਂ ਤੇ ਨਸ਼ੇ ਦੀ ਵਿਕਰੀ ਹੁੰਦੀ ਹੈ ਉਹ ਦੁਕਾਨਾਂ ਸ਼ਹਿਰ ਦੇ ਵਿੱਚ ਹੀ ਰਹਿਣਗੀਆਂ, ਉਹਨਾਂ ਨੂੰ ਇੱਥੋਂ ਬਾਹਰ ਨਹੀਂ ਕੱਢਿਆ ਜਾਏਗਾ। ਅਤੇ ਉਸ ਦਿਨ ਤਕਰੀਬਨ 10,000 ਦਾ ਇਕੱਠ ਉਹਨਾਂ ਨੇ ਕਰਕੇ ਨਾ ਅੰਮ੍ਰਿਤਸਰ ਦੇ ਸ਼ਹਿਰਾਂ ਦੇ ਅੰਦਰ ਸਿੱਖਾਂ ਨੂੰ ਅਤੇ ਸਿੱਖਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਭੰਨਿਆ ਤੋੜਿਆ ਗਿਆ। ਉਹਨਾਂ ਨੇ ਹੱਥਾਂ ਵਿੱਚ ਤਰਸ਼ੂਲ ਲੈ ਲਏ, ਤਲਵਾਰਾਂ ਲੈ ਲਈਆਂ, ਡਾਂਗਾਂ ਲੈ ਲਈਆਂ। ਡਾਂਗਾਂ ਦੇ ਉੱਤੇ, ਤਰਸ਼ੂਲ ਦੇ ਉੱਤੇ, ਤਲਵਾਰਾਂ ਦੇ ਉੱਤੇ ਬੀੜੀਆਂ ਦੇ ਬੰਡਲ ਬੰਨ੍ਹ ਕੇ ਹੱਥਾਂ ਵਿੱਚ ਲੈ ਕੇ ਜਲੂਸ ਕੱਢਿਆ। ਅਤੇ ਉਸ ਸਮੇਂ ਇਹ ਨਾਅਰੇ ਜਿਹੜੇ ਸਨ ਸ਼ਹਿਰ ਦੀਆਂ ਕੰਧਾਂ ਤੇ ਲਿਖੇ ਗਏ कि सिगरेट बीड़ी पिएंगे और शान से जिएंगे, कच्छ कड़ा कृपान इनको भेजो पाकिस्तान, हिंदू हिंदू भाई भाई नहीं चलेगी सिखा शाही। ते नाल ये भी आख्या गया ऊड़ा ईड़ी नहीं पढ़ेंगे, जूड़ा जूड़ी काट धरेंगे। इस तरह के ਫਿਰਕੂ ਭਾਵਨਾ ਵਾਲੇ ਨਾਅਰੇ ਲਾਏ ਗਏ, ਕੰਧਾਂ ਤੇ ਲਿਖੇ ਗਏ। ਤੇ ਉਸ ਵੇਲੇ ਇੱਕ ਅਖਬਾਰ ਦਾ ਪੱਤਰਕਾਰ ਮਹਾਸ਼ਾ ਵਰਿੰਦਰ ਉਹਨੇ ਇੱਕ ਤਕਰੀਰ ਕੀਤੀ, ਆਖਿਆ ਜੇ ਸਿੱਖਾਂ ਨੂੰ ਮੌਜੂਦਾ ਮਾਹੌਲ ਵਿੱਚ ਰਹਿਣਾ ਠੀਕ ਨਹੀਂ ਲੱਗਦਾ ਤੇ ਸਿੱਖਾਂ ਨੂੰ ਅੰਮ੍ਰਿਤਸਰ ਛੱਡ ਕੇ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਇਹੋ ਜਿਹੀਆਂ ਗੱਲਾਂ ਉੱਥੇ ਕੀਤੀਆਂ ਗਈਆਂ। ਬਹੁਤ ਸਾਰੇ ਸਿੱਖਾਂ ਦੀਆਂ ਦੁਕਾਨਾਂ ਭੰਨੀਆਂ ਤੋੜੀਆਂ ਗਈਆਂ, ਨੁਕਸਾਨ ਕੀਤਾ ਗਿਆ। ਫਿਰਕੂ ਰੰਗਤ ਦੇਣ ਦੀ ਗੱਲ ਕੀਤੀ ਗਈ। ਜਦੋਂ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਮਨ ਦੇ ਵਿੱਚ ਬੜਾ ਰੋਸ ਪੈਦਾ ਹੋਇਆ ਕਿ ਅੰਮ੍ਰਿਤਸਰ ਦੀ ਧਰਤੀ, ਗੁਰੂ ਕੀ ਇਸ ਪਵਿੱਤਰ ਨਗਰੀ ਨੂੰ ਜਿੱਥੇ ਹਰ ਕੋਈ ਸਿੱਖ ਦਰਸ਼ਨ ਕਰਨ ਦੀ ਭਾਵਨਾ ਰੱਖਦਾ ਏ, ਜੇ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਰੱਖੀ ਗਈ ਤੇ ਇਹ ਕੋਈ ਨਜਾਇਜ਼ ਮੰਗ ਨਹੀਂ ਸੀ, ਬਿਲਕੁਲ ਜਾਇਜ਼ ਮੰਗ ਸੀ ਕਿ ਇਸ ਸ਼ਹਿਰ ਦੇ ਵਿੱਚੋਂ ਸਾਰੇ ਦੁਕਾਨਾਂ ਜਿਹੜੀਆਂ ਨਸ਼ੇ ਵਾਲੀਆਂ ਨੇ ਉਹ ਬਾਹਰ ਕਰ ਦਿੱਤੀਆਂ ਜਾਣ। ਇੱਥੇ ਕਿਸੇ ਪ੍ਰਕਾਰ ਦਾ ਤੰਬਾਕੂ, ਜਰਦਾ, ਬੀੜੀ ਦਾ ਸੇਵਨ ਨਾ ਹੋਵੇ, ਨਾ ਵਿਕਰੀ ਹੋਵੇ। ਇਹ ਜਾਇਜ਼ ਮੰਗ ਨੂੰ ਫਿਰਕੂ ਰੰਗਤ ਦਿੱਤੀ ਗਈ। ਤਾਂ ਉਸ ਵੇਲੇ ਫਿਰ ਸਿੱਖਾਂ ਨੇ ਮੰਜੀ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਵਿਚਾਰਨ ਤੋਂ ਬਾਅਦ 31 ਮਈ ਨੂੰ ਇੱਕ ਜਲੂਸ ਜਿਹੜਾ ਹੈ ਉਹ ਕੱਢਿਆ ਗਿਆ। ਤੇ ਜਿਹੜਾ ਜਲੂਸ 29 ਮਈ ਨੂੰ ਹਿੰਦੂ ਧਰਮ ਦੇ ਕੁਝ ਆਗੂਆਂ ਨੇ ਕੱਢਿਆ ਫਿਰਕੂ ਰੰਗਤ ਦੇਣ ਦੇ ਲਈ, ਉਸ ਜਲੂਸ ਨੂੰ ਵੇਖ ਕੇ ਟ੍ਰਿਬਿਊਨ ਦੇ ਵਿੱਚ ਇੱਕ ਅਖਬਾਰ ਲੱਗੀ ਖਬਰ ਕਿ ਜਿਹੜੀ ਇਹ ਫਿਰਕੂ ਰੰਗਤ ਦਿੱਤੀ ਗਈ ਹੈ ਇਹ ਠੀਕ ਨਹੀਂ ਹੈ। ਇਥੋਂ ਪ੍ਰਭਾਵਿਤ ਹੋ ਕੇ 31 ਮਈ ਦਾ ਜਿਹੜਾ ਜਲੂਸ ਹੈ ਉਹਦੇ ਵਿੱਚ ਸਿੱਖ ਸੰਗਤ ਬਹੁਤ ਵੱਡੀ ਪੱਧਰ ਤੇ ਪਹੁੰਚੇਗੀ। ਤੇ ਸੱਚਮੁੱਚ ਹੋਇਆ ਵੀ ਐਵੇਂ। ਜਿਸ ਜਲੂਸ ਦੇ ਵਿੱਚ 1 ਜਾਂ 2,000 ਲੋਕਾਂ ਨੇ ਸ਼ਾਮਲ ਹੋਣਾ ਸੀ, ਹੁਣ ਉਹਦੇ ਵਿੱਚ ਘੱਟੋ ਘੱਟ 1 ਲੱਖ ਬੰਦੇ ਨੇ ਸ਼ਮੂਲੀਅਤ ਕੀਤੀ। ਤੇ ਉਸ ਵੇਲੇ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੇ ਇਸ ਜਲੂਸ ਦੀ ਅਗਵਾਈ ਕੀਤੀ। ਤੇ ਤੁਸੀਂ ਹੈਰਾਨ ਹੋਵੋਗੇ 1 ਲੱਖ ਬੰਦਾ ਜਲੂਸ ਦੇ ਵਿੱਚ ਸ਼ਾਮਲ ਹੋਇਆ ਇਸ ਮੰਗ ਨੂੰ ਲੈ ਕੇ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਤਾਂ ਜਲੂਸ ਤੋਰਨ ਲੱਗਿਆਂ, ਰਵਾਨਾ ਕਰਨ ਲੱਗਿਆਂ ਇੱਕ ਗੱਲ ਕਹੀ ਗਈ ਕਿ ਸ਼ਹਿਰ ਦੇ ਵਿੱਚ ਵਿਚਰਦਿਆਂ ਕਿਸੇ ਦਾ ਵੀ 1 ਰੁਪਏ ਦਾ ਨੁਕਸਾਨ ਵੀ ਨਹੀਂ ਕਰਨਾ। ਅਸੀਂ ਤੁਰੇ ਆਂ ਤੇ ਪਿੱਛੇ ਨਹੀਂ ਮੁੜਾਂਗੇ, ਭਾਵੇਂ ਅੱਗੋਂ ਕੋਈ ਸਾਨੂੰ ਗੋਲੀਆਂ ਮਾਰੇ, ਡਾਂਗਾ ਮਾਰੇ, ਅਸੀਂ ਅੱਗੇ ਵਧਦੇ ਜਾਵਾਂਗੇ ਅਤੇ ਆਪਣੀ ਮੰਗ ਜਿਹੜੀ ਹੈ ਉਹ ਸਰਕਾਰ ਤੱਕ ਪਹੁੰਚਾਵਾਂਗੇ। ਤੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਹ ਜਲੂਸ ਸ਼ਹਿਰ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਹੁੰਦਾ ਹੋਇਆ ਸਮਾਪਤ ਹੋ ਗਿਆ
1 ਲੱਖ ਤੋਂ ਵਧੇਰੇ ਲੋਕਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ। ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਮੰਗ ਰੱਖੀ ਗਈ, ਪਰ 1 ਵੀ ਰੁਪਏ ਦਾ ਨੁਕਸਾਨ ਨਹੀਂ ਕੀਤਾ, 1 ਵੀ ਦੁਕਾਨ ਦੀ ਲੁੱਟ ਖਸੁੱਟ ਨਹੀਂ ਕੀਤੀ। ਤੇ ਸ਼ਹਿਰ ਦੇ ਪੁਲਿਸ ਦੇ ਮੁਖੀ ਕਪਤਾਨ ਨੇ ਵਧਾਈ ਦਿੱਤੀ ਸੰਗਤਾਂ ਨੂੰ, ਆਖਿਆ ਕਿ ਇੰਨਾ ਵੱਡਾ ਜਲਸਾ ਤੁਸੀਂ ਕੀਤਾ, ਜਲੂਸ ਕੀਤਾ ਏ ਤੇ ਕੋਈ ਵੀ ਵਾਇਲੇਸ਼ਨ ਨਹੀਂ ਹੋਈ, ਕੋਈ ਕਾਨੂੰਨ ਦੀ ਉਲੰਘਣਾ ਨਹੀਂ ਤੁਸੀਂ ਕੀਤੀ। ਆਖਿਆ ਇਹ ਤੁਸੀਂ ਉਹ ਕਰ ਸਕਦੇ ਸੀ, ਹੋਰ ਕੋਈ ਨਹੀਂ। ਤੋ ਜਿਹੜੇ ਲੋਕ ਇਸ ਮੰਗ ਨੂੰ ਫਿਰਕੂ ਰੰਗਤ ਦੇਣਾ ਚਾਹੁੰਦੇ ਸਨ, ਹਰਬੰਸ ਲਾਲ ਖੰਨਾ ਵਰਗੇ, ਉਹਨਾਂ ਨੇ ਬੜਾ ਜ਼ਹਿਰ ਉਗਲਿਆ। ਰੇਲਵੇ ਸਟੇਸ਼ਨ ਦੇ ਉੱਪਰ ਜੋ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਸੀ, ਮਾਡਲ ਲੱਗਾ ਸੀ, ਉਹਦੀ ਵੀ ਬੇਹੁਰਮਤੀ ਕੀਤੀ ਗਈ। ਇਸ ਜਾਇਜ਼ ਮੰਗ ਨੂੰ ਵੀ ਨਜਾਇਜ਼ ਬਣਾ ਕੇ ਪੇਸ਼ ਕੀਤਾ ਗਿਆ। ਸਿੱਖਾਂ ਨੂੰ ਆਖਿਆ ਗਿਆ ਕਿ ਇਹ ਵੱਖਵਾਦੀ ਨੇ, ਇਹ ਨਵੀਆਂ ਮੰਗਾਂ ਰੱਖਦੇ ਨੇ ਤੇ ਜੇ ਇੱਥੇ ਰਹਿਣਾ ਨਹੀਂ ਚਾਹੁੰਦੇ ਇਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ। ਇਹੋ ਜਿਹੀਆਂ ਫਿਰਕੂ ਗੱਲਾਂ ਬਾਤਾਂ ਕਰਨ ਵਾਲੇ ਲੋਕ ਉਹ ਅੱਜ ਵੀ ਇੱਥੇ ਰਹਿ ਰਹੇ ਨੇ, ਤਾਂ ਉਹਨਾਂ ਨੂੰ ਬੜੇ ਸੱਭਿਅਕ ਲੋਕ ਆਖਿਆ ਜਾਂਦਾ ਏ, ਪਰ ਜਿਨ੍ਹਾਂ ਨੇ ਭਲੇ ਦੀ ਗੱਲ ਕੀਤੀ, ਚੰਗੇ ਸਮਾਜ ਸਿਰਜਣ ਦੀ ਗੱਲ ਕੀਤੀ, ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਦਾ ਦਰਜਾ ਦਿਵਾਉਣ ਦੀ ਗੱਲ ਕੀਤੀ ਗਈ, ਉਹਨਾਂ ਸਿੱਖਾਂ ਦੇ ਮੱਥੇ ਤੇ ਅੱਤਵਾਦੀ ਦੇ ਲੇਬਲ ਲਾ ਦਿੱਤੇ ਗਏ, ਵੱਖਵਾਦੀ ਦੇ ਲੇਬਲ ਲਾ ਦਿੱਤੇ ਗਏ। ਅੱਜ ਬਹੁਤ ਵੱਡੀ ਲੋੜ ਹੈ ਆਪਣੇ ਇਤਿਹਾਸ ਨੂੰ ਪੜ੍ਹ ਕੇ ਸਬਕ ਲਈਏ ਕਿ ਸਿੱਖ ਕੌਮ ਦੇ ਨਾਲ ਧੱਕਾ ਕੋਈ ਪਹਿਲੀ ਵੇਰਾ ਨਹੀਂ ਹੋਇਆ। ਜਦੋਂ ਤੋਂ ਸਿੱਖ ਕੌਮ ਸਾਜੀ ਹੈ, ਇਹਨੂੰ ਧੱਕੇ ਦੇ ਨਾਲ ਜ਼ੁਲਮ ਕਰ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਜਿਹੜੀ ਹੈ, ਉਹਨੂੰ ਢਹਿੰਦੀ ਕਲਾ ਵਿੱਚ ਲਿਜਾਣ ਦੀ ਗੱਲ ਕੀਤੀ ਗਈ, ਪਰ ਗੁਰੂ ਕਾ ਸਾਜਿਆ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਹੈ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹੈ। ਪਹਿਲਾਂ ਵੀ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ, ਹੁਣ ਵੀ ਕਰਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਰਬੱਤ ਦਾ ਭਲਾ ਮੰਗਦਾ ਰਹੇਗਾ। ਸੋ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਅਰਦਾਸ ਕਰੀਏ, ਸਤਿਗੁਰੂ ਸਮੁੱਚੇ ਸਿੱਖ ਪੰਥ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਅਤੇ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਭਨਾਂ ਦਾ ਧੰਨਵਾਦ। ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਗਈਆਂ ਹੋਣਗੀਆਂ। ਸਰਬੱਤ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਲੁਧਿਆਣਾ ਰੋਜ਼ ਗਾਰਡਨ ਦੇ ਨਾਲ ਮੈਂਟੋਰੀਅਲ ਸਕੂਲ ਜਿਹੜਾ ਹੈ, ਉਹਦੇ ਵਿੱਚ ਕੋਵਿਡ ਸੈਂਟਰ ਸ਼ੁਰੂ ਹੋ ਚੁੱਕਾ ਹੈ। ਇਹ ਸਾਂਝਾ ਉਪਰਾਲਾ ਫਤਿਹ ਟੀਵੀ, ਸ਼ਾਨੇ ਖਾਲਸਾ ਅਤੇ ਯੂਨਾਈਟਿਡ ਸਿੱਖ ਵੱਲੋਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੀਤਾ ਗਿਆ। ਸੋ ਇੱਥੇ ਜਿਹੜਾ ਮੇਨ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਕਰਾ ਦਿੱਤੀ ਗਈ ਹੈ। ਜਿਵੇਂ ਕਿ ਜੇ ਮੈਂ ਗੱਲ ਕਰਾਂ ਤੇ ਚਾਹੇ ਕੌਨਸਨਟ੍ਰੇਟਰ ਹੋਣ, ਚਾਹੇ ਉਸ ਤੋਂ ਇਲਾਵਾ ਖਾਣ ਪੀਣ ਦਾ ਇੰਤਜ਼ਾਮ ਹੋਵੇ ਜਾਂ ਹੋਰ ਕੋਈ ਦਵਾਈਆਂ ਹੋਣ, ਵਟਐਵਰ ਜੋ ਵੀ ਇੰਤਜ਼ਾਮ ਹੈ ਅਸੀਂ ਪੂਰਾ ਇੱਥੇ ਪ੍ਰੋਵਾਈਡ ਕਰਵਾ ਰਹੇ ਹਾਂ। ਇਹ ਪਹਿਲਾ ਕੋਵਿਡ ਸੈਂਟਰ ਜਿਹੜਾ ਇੱਥੇ ਖੋਲ੍ਹ ਦਿੱਤਾ ਗਿਆ ਹੈ। ਸੋ ਮੈਂ ਪੇਸ਼ੈਂਟਸ ਜਿਹੜੇ ਵੀ